गुरु रू प्यारी साध संगत जी, वाहिगुरु जी का खालसा वाहिगुरु जी की फतेह। प्रोफैसर पूरन सिंह जी दी एक अमोलक लिखत चुप प्रीत दा शहनशाह व्यापारी दा अगला हिस्सा प्यार नाल सरवण करिए जी। ਨੂਰ ਜੀ ਦੇ ਘਰ ਬੰਦਿਆਂ ਦੇ ਦਾ ਹਾਲ ਉਧਰ ਕੀ ਹੋ ਰਿਹਾ ਸੀ। ਬਗਦਾਦ ਦੇ 5ਵੇਂ ਫੇਰੇ ਬਾਅਦ ਨੂਰ ਜੀ ਉਹਨਾਂ ਲਈ ਜਿਨ੍ਹਾਂ ਨੂੰ ਉਹ ਦਿਲ ਨਾਲ ਪਿਆਰ ਕਰਦੇ ਸੀ ਔਰ ਉਹਨਾਂ ਤੋਂ ਕੁਰਬਾਨ ਹੋ ਰਹੇ ਸੀ, ਇੱਕ ਬਿਜਲੀ ਬਣੇ ਹੋਏ ਸਨ। ਹੱਥ ਲਾਇਆਂ ਕੋਈ ਰੰਗ ਚੜ ਜਾਂਦਾ ਸੀ। ਸੁਆਣੀ ਜੀ ਦੀ ਹਾਲਤ ਉਹ ਹੋ ਗਈ ਸੀ ਜੋ ਨੂਰ ਜੀ ਦੀ ਸੀ। ਉਹਨਾਂ ਦੇ ਦਿਲ ਦੀ ਇਹ ਲਾਲਸਾ, ਹਾਏ ਭੇਦ ਕੀ ਹੈ, ਸੁਆਣੀ ਦੇ ਦਿਲ ਵਿੱਚ ਵੈਸੀ ਹੀ ਪ੍ਰਤੀਬਿੰਬਤ ਹੋਈ ਸੀ। ਆਪ ਦੇ ਪੋਸਤੀਨ ਦੇਣ ਨਾਲ ਪੋਸਤੀਨ ਨੇ ਪਾਰਸ ਰੂਪ ਹੋ ਸ਼ਿਰਨੀ ਨੂੰ ਉਸੇ ਚੁੱਪ ਪ੍ਰੀਤ ਦੀ ਛੋ ਲਗਾ ਦਿੱਤੀ ਸੀ। ਸ਼ਹੂਰੇ ਨੂੰ ਸ਼ਿਰਨੀ ਦੇ ਚਿਹਰੇ ਦੇ ਕਿਸੇ ਖਾਸ ਰੰਗ ਰੂਪ ਥੀ ਲੱਗ ਗਈ ਤੇ ਇਸ ਅਜੀਬ ਰੂਹ ਦੀ ਇੱਕ ਸੁਰਤ ਵਿੱਚ ਘਰ ਸਵਰਗ ਬਣ ਰਿਹਾ ਸੀ। ਉਸ ਗੱਲ ਨੂੰ ਤੀਸਰਾ ਸਾਲ ਜਾ ਰਿਹਾ ਸੀ। ਨੂਰ ਜੀ 2 ਸਾਲ ਘਰ ਰਹੇ ਸਨ। ਮੁੜ 2 ਸਾਲ ਇਸ ਸਿਲਸਿਲੇ ਉੱਪਰ ਕੋਈ ਗੱਲਬਾਤ ਨਹੀਂ ਹੋਈ ਸੀ। ਸੁਆਣੀ ਨੂਰ ਜੀ ਨੂੰ ਦੇਖ ਸੁੱਖ ਨਾਲ ਭਰ ਜਾਂਦੀ ਸੀ। ਦਿਲ ਵਿੱਚ ਠੰਡ ਪੈ ਜਾਂਦੀ ਸੀ ਤੇ ਉਸ ਠੰਡ ਦੇ ਸਵਾਦ ਵਿੱਚ ਝੂਮਦੀ ਸੀ। ਸ਼ਿਰਨੀ ਸੁਆਣੀ ਨੂੰ ਵੇਖ ਕੇ ਉਸੇ ਰੰਗ ਵਿੱਚ ਆਉਂਦੀ ਸੀ ਤੇ ਸ਼ਹੂਰਾ ਸ਼ਿਰਨੀ ਨੂੰ ਵੇਖ ਕੇ ਆਉਂਦਾ ਸੀ। ਅਚਰਜ ਭਾਵੇਂ ਹੋਵੇ, ਪਰ ਸ਼ਿਰਨੀ ਨੂੰ ਕੋਈ ਸੁੱਖ ਕਦੀ ਨੂਰ ਜੀ ਥੀ ਨਹੀਂ ਦਿਖ ਪਿਆ ਸੀ। ਇਹੋ ਜਾਪਦਾ ਸੀ ਕਿ ਸੁਆਣੀ ਸੁੱਖ ਦੇ ਰਹੀ ਹੈ ਤੇ ਸ਼ਹੂਰੇ ਦੇ ਨੈਣ ਸ਼ਿਰਨੀ ਤੱਕ ਹੀ ਵੇਖ ਸਕਦੇ ਸਨ। ਇਸ ਘਰ ਵਿੱਚ ਅੱਗੇ ਮਹਿਮਾਨ ਦੂਰ ਦੂਰ ਦੇ ਆਉਂਦੇ ਸਨ, ਪਰ ਹੁਣ ਇਸ ਅੰਦਰਲੇ ਰਸ ਤੋਂ ਫੁਰਸਤ ਘੱਟ ਆਉਂਦੀ ਸੀ, ਸੋ ਆਣ ਜਾਣ ਲੋਕਾਂ ਦਾ ਘਟ ਗਿਆ ਸੀ। ਸਾਰਾ ਘਰ ਦਾ ਘਰ ਆਪੇ ਵਿੱਚ ਗੜੂੰਦ ਰਹਿਣ ਲੱਗ ਪਿਆ ਸੀ। ਇਸ ਵੇਰੀ ਨੂਰ ਜੀ 2 ਸਾਲ ਬਾਅਦ ਮੁੜ ਸਫ਼ਰ ਨੂੰ ਗਏ ਸਨ। ਟੁਰਨ ਵੇਲੇ ਸੁਆਣੀ ਘਾਬਰੀ ਸੀ ਤੇ ਕਹਿਣ ਲੱਗੀ, ਮਾਲਕਾ, ਅੱਗੇ ਤਾਂ ਕਦੀ ਨਾ ਘਾਬਰੀ, ਪਰ ਐਤਕੀ ਦਿਲ ਟੁੱਟਦਾ ਹੈ, ਵਿਛੋੜੇ ਦਾ ਖਿਆਲ ਸਲਦਾ ਹੈ, ਪੀੜ ਹੁੰਦੀ ਹੈ, ਕਿੰਜ ਜੀਸਾਂ। ਤੇ ਨੂਰ ਜੀ ਨੇ ਕਿਹਾ ਸੀ, ਰੱਬ ਦੀ ਮਿਹਰ ਹੈ, ਅੱਛਾ ਛੇਤੀ ਮੁੜਾਂਗੇ। ਬਸ ਹੋਰ ਕੋਈ ਵੈਰਾਗ ਦੀ ਗੱਲਬਾਤ ਲੰਮੀ ਨਹੀਂ ਸੀ ਹੋਈ। ਸੁਆਣੀ ਦੇ ਨੈਣ ਅਥਰੂਆਂ ਨਾਲ ਭਰ ਗਏ ਸਨ, ਪਰ ਉਸਨੇ ਢਹਿਣ ਨਾ ਦਿੱਤੇ ਤੇ ਨੂਰ ਜੀ ਦੇ ਨੈਣ ਸੁਆਣੀ ਵੱਲ ਤੱਕ ਕੇ ਕੁਝ ਅਰੁਣ ਹੋ ਗਏ ਸਨ। ਬਸ ਤੇ ਆਪ ਘਰੋਂ ਕਾਬਲੀ ਕਾਫਲੇ ਨਾਲ ਚਲੇ ਗਏ ਸਨ ਕਿ ਅਸੀਂ ਕੰਧਾਰ ਦੇ ਰਸਤੇ ਸਿੱਧੇ ਬਗਦਾਦ ਦੇ ਸਾਲਾਨਾ ਬਾਜ਼ਾਰ ਤੇ ਜਾਵਾਂਗੇ ਔਰ ਉੱਥੋਂ ਸਿੱਧੇ ਮੁੜ ਆਵਾਂਗੇ। ਐਤਕੀ ਸਾਰੇ ਸਾਥੀ ਬਸ ਮੇਰੀ ਇਸ ਤਜਵੀਜ਼ ਨਾਲ ਰਜ਼ਾਮੰਦ ਹੋ ਗਏ ਹਨ। ਉਧਰ ਨੂਰ ਜੀ ਜਿਸ ਵਕਤ ਸ਼ਾਹ ਬਹਿਲੋਲ ਦੀ ਬਰਕਤ ਆਪਣੀ ਕੰਡ ਉੱਪਰ ਲੈ ਰਹੇ ਸਨ, ਇੱਧਰ ਸੁਆਣੀ ਦੀ ਅਜੀਬ ਹਾਲਤ ਹੋ ਰਹੀ ਸੀ। ਨੂਰ ਜੀ ਕਮਰੇ ਵਿੱਚ ਦੀਵਾ ਜਗਾਉਣ ਲੱਗੀ ਸੀ ਤਾਂ ਦੀਵਾ ਹੱਥ ਵਿੱਚੋਂ ਡਿੱਗ ਪਿਆ। ਬਹਿ ਗਈ, ਅੱਖਾਂ ਬੰਦ ਹੋ ਗਈਆਂ। ਰੋਮ ਰੋਮ ਵਿੱਚ ਬੇਓੜਕ ਸੁੱਖ ਨੇ ਬੇਹਾਲ ਕਰ ਦਿੱਤਾ। ਦਨਕੜ ਜਿਹਾ ਪੈ ਗਿਆ। ਤਲਵੇਂ ਦੰਦ ਉੱਪਰਲਿਆਂ ਨਾਲ ਝਬਕ ਲਗਾ ਗਏ ਤੇ ਸਾਰੀ ਸੁਰਤ 10ਵੇਂ ਦੁਆਰ ਦੇ ਕੋਲ ਕੋਲ ਇਉਂ ਉੱਠੀ ਜਿਵੇਂ ਸਮੁੰਦਰਾਂ ਦਾ ਸਾਰਾ ਪਾਣੀ ਕਿਸੇ ਬਨ ਕੇ ਇੱਕ ਉੱਚਾ ਜਾਂਦਾ ਥੰਮ ਬਣਾ ਦਿੱਤਾ ਹੈ ਤੇ ਉਹ ਥੰਮ ਆਪਣੇ ਜ਼ੋਰ ਵਿੱਚ ਸੁਆਣੀ ਦੀ ਖੋਪਰੀ ਵਿੱਚ ਧੱਸ ਰਿਹਾ ਸੀ। ਸੁਆਣੀ ਦੀ ਸੁਰਤ ਇਉਂ ਉੱਚੀ ਖਿੱਚੀ ਜਾ ਰਹੀ ਹੈ ਜਿਵੇਂ ਅੱਧ ਅਸਮਾਨਾਂ ਵਿੱਚ ਲਟਕ ਗਈ ਹੈ। ਹੇਠਲਾ ਸਰੀਰ ਬੇਸੁੱਧ ਪਿਆ ਹੈ। ਕਮਰਾ ਸਵਾਦ ਨਾਲ ਭਰ ਗਿਆ ਹੈ। 2 ਘੰਟੇ ਇਉਂ ਬੀਤ ਗਏ। ਸ਼ਿਰਨੀ ਆਪਣੀ ਮਾਲਕਾਂ ਨੂੰ ਟੋਲਦੀ ਟੋਲਦੀ ਘਾਬਰੀ ਹੋਈ ਆਈ, ਪਰ ਅੰਦਰ ਵੜ ਨਾ ਸਕੀ। ਖਿਆਲ ਕੀਤਾ, ਮਤੇ ਮੈਂ ਖੁਸ਼ੀ ਨਾਲ ਤਪੀ ਹੋਈ ਨਾ ਹੋਵਾਂ। ਮੁਹਾਠ ਬਾਹਰ ਬਹਿ ਗਈ। ਠੰਡੀ ਹੋ ਲਵਾਂ। ਸਾਹੋ ਸਾਹ ਜਿਹੜੀ ਹੋਈ ਸੀ, ਕੁਛ ਆਰਾਮ ਪਾਇਆ। ਮੁਹਾਠ ਇਤਨੀ ਚੰਗੀ ਲੱਗੀ ਕਿ ਆਪਣੇ ਲਾਲ ਨਿੱਕੇ ਹੋਠਾਂ ਨਾਲ ਉਸ ਖਰਵੇਂ ਕਾਠ ਨੂੰ ਚੁੰਮਿਆ। ਆਪਣੇ ਹੋਠਾਂ ਤੋਂ ਵੱਧ ਉਸ ਮੁਹਾਠ ਦੇ ਕਾਠ ਦਾ ਸਵਾਦ ਆਇਆ।
ਦਿਲ ਖੁਸ਼ੀ ਵਿੱਚ ਨੱਚਿਆ। ਲੂੰ ਕੰਢੇ ਹੋਏ, ਇਉਂ ਦਿਸੇ ਜਿਵੇਂ ਕੋਈ ਕੰਨ ਤੇ ਹੱਥ ਫੇਰ ਰਿਹਾ ਹੈ। ਅੱਗੇ ਵਧੀ। ਕਮਰੇ ਵਿੱਚ ਡਾਢਾ ਮਿੱਠਾ ਸਵਾਦ ਹੈ। ਕਮਰਾ ਮੰਦਰ ਬਣ ਰਿਹਾ ਹੈ। ਦੱਬੇ ਪੈਰ ਜਾਣ ਦੀ ਆਦਤ ਤਾਂ ਸੀ ਹੀ। ਹਨੇਰਾ ਸੀ, ਪਰ ਕੁਝ ਚਿਰ ਮਗਰੋਂ ਕਾਫੀ ਚਾਨਣਾ ਲੱਗਣ ਲੱਗ ਪਿਆ। ਦੀਵਾ ਢੱਠਾ ਪਿਆ ਹੈ ਤੇ ਦੀਵੇ ਪਾਸ ਸੁਆਣੀ ਉਨਮਾਦ ਰਸ ਵਿੱਚ ਢੱਠੀ ਪਈ ਹੈ। ਸਰੀਰ ਦੀ ਸੁੱਧ ਨਹੀਂ, ਮੱਥਾ ਚਮਕ ਰਿਹਾ ਹੈ, ਸਵਾਸ ਬੜਾ ਮੱਧਮ ਆ ਰਿਹਾ ਹੈ। ਸ਼ਿਰਨੀ ਕੋਲ ਬਹਿ ਗਈ ਤੇ ਉਹ ਵੀ ਉਸੇ ਹਾਲਤ ਵਿੱਚ ਉੱਥੇ ਗਣੂੰਦ ਹੋ ਗਈ। ਨੀਲੀ ਘੋੜੀਏ, ਵਹਿਲੀ ਆ। ਬੜੇ ਚਿਰ ਮਗਰੋਂ ਸੁਆਣੀ ਦੇ ਮੂੰਹੋਂ ਇਹ ਆਵਾਜ਼ ਆਈ ਤੇ ਸ਼ਿਰਨੀ ਵੀ ਤਰਬਕ ਕੇ ਉੱਠੀ। ਸੁਆਣੀ ਨੇ ਸ਼ਿਰਨੀ ਨੂੰ ਗਲ ਲਾ ਕੇ ਸ਼ਿਰਨੀ ਦੀ ਕੰਢੀ ਤੇ ਹੱਥ ਫੇਰੇ। ਸ਼ੁਕਰ ਹੈ ਤੇ ਸ਼ਿਰਨੀ ਸੁਆਣੀ ਦੀ ਛਾਤੀ ਨਾਲ ਲੱਗੀ ਕੁਝ ਚਿਰ ਬਰਕਤ ਲੈਂਦੀ ਰਹੀ। ਸ਼ਿਰਨੀ, ਸੁਆਣੀ ਜੀ, ਅੱਜ ਬਹੁਤ ਉਦਾਸ ਹੋ। ਸਾਰਾ ਸੁਆਣੀ, ਸ਼ਿਰਨੀ ਸੁਣ, ਵਿਰਹਾ ਨਹੀਂ ਚੱਲਿਆ ਜਾਂਦਾ। ਮਾਲਕ ਕੋਲੇ ਹੁੰਦਾ ਹੈ ਤਾਂ ਦਿਲ ਨੂੰ ਕੁਝ ਹੁੰਦਾ ਹੈ। ਅੱਗੇ ਨਮਾਜ਼ ਰੋਜ਼ੇ ਵਿੱਚ ਦਿਨ ਕੱਢ ਜਾਂਦੇ ਸਨ। ਹੁਣ ਦਿਨ ਕੱਟੀ ਕੜੀ ਦਰਦਾਂ ਨਾਲ ਭਰੀ ਹੈ। ਦਿਲ ਵਿੱਚ ਪੀੜਾ ਉੱਠਦੀਆਂ ਹਨ। ਸਾਰਾ ਦਿਨ ਅਤ ਪੀੜਾ, ਦਿਲ ਪੀੜਾ ਨੇ ਨਿਢਾਲ ਕਰ ਸੁੱਟਿਆ ਸੀ। ਪਤਾ ਨਹੀਂ ਕੀ ਹੋਇਆ ਹੈ। ਦੀਵਾ ਜਗਾਉਣ ਲੱਗੀ ਤਾਂ ਇਉਂ ਦਿਸਿਆ ਕਿ ਕੰਢੀ ਤੇ ਕੋਈ ਹੱਥ ਫੇਰ ਰਿਹਾ ਹੈ। ਬਸ ਸੁੱਖ ਦੀਆਂ ਨਦੀਆਂ ਠਿਲ ਪਈਆਂ। ਮੈਂ ਡੁੱਬ ਗਈ ਹਾਂ। ਮੇਰੇ ਗਿੱਲੇ ਪਿਆਰ ਦੇ ਦਰਦ ਸੁਨੇਹਾਂ ਦੇ ਮੂੰਹ ਮਾਖਿਓਂ ਨਾਲ ਭਰ ਗਏ। ਹਾਏ, ਪਿਆਰ ਇਹ ਹੈ, ਉਹ ਨਹੀਂ ਜਿਹੜਾ ਮੂੰਹੋਂ ਬੋਲਦਾ ਰਹਿੰਦਾ ਹੈ। ਪਿਆਰ ਦਾ ਸਵਾਦ ਚੁੱਪ ਵਿੱਚ ਹੈ। ਇਸ ਚੁੱਪ ਵਿੱਚ, ਪਰ ਇਹ ਚੁੱਪ ਤਦ ਹੀ ਆਵੇ ਨਾ ਜਦ ਅਚਾਨਕ ਕੋਈ ਗੈਬ ਵਿੱਚੋਂ ਇਉਂ ਆਣ ਮਿਲੇ, ਕੰਢੀ ਹੱਥ ਫੇਰੇ। ਸ਼ਿਰਨੀ, ਸੁਆਣੀ, ਤੁਸੀਂ ਸੱਚੇ ਹੋ। ਮੈਨੂੰ ਵੀ ਇਹ ਦਿਸਿਆ ਮੇਰੀ ਕੰਢੀ ਤੇ ਕੋਈ ਹੱਥ ਫੇਰ ਰਿਹਾ ਹੈ, ਪਰ ਤੁਹਾਡੀ ਆਵਾਜ਼ ਨਿਕਲੀ ਸੀ ਕਿ ਕੋਈ ਸੁਪਨਾ ਸੀ। ਸੁਆਣੀ, ਨਹੀਂ, ਮੈਨੂੰ ਆਪਣਾ ਮਾਲਕ, ਆਪਣੀ ਮੋਹਣੀ ਨੀਲੀ ਘੋੜੀ ਤੇ ਚੜਿਆ, ਹਵਾ ਵਿੱਚ ਉੱਡਦਾ ਸਵਾਰ, ਸੋਹਣਾ ਕੁੱਲਾ, ਸੋਹਣੀ ਦਸਤਾਰ, ਸੋਹਣੀ ਦਾੜੀ, ਸੋਹਣੇ ਕੇਸ ਘਰ ਆਉਂਦਾ ਦਿਸਿਆ। ਮੈਂ ਹਵਾ ਵਿੱਚ ਇਹਨਾਂ ਅੱਖਾਂ ਨਾਲ ਤੱਕਿਆ ਹੈ ਜੋ ਮੈਂ ਆਪਣੀ ਘੋੜੀ ਨੂੰ ਪੁਚਕਾਰਿਆ ਸੀ। ਮੈਂ ਆਵਾਜ਼ ਦਿੱਤੀ ਸੀ। ਕੀ ਉਹ ਆਵਾਜ਼ ਕੁਝ ਉੱਚੀ ਨਿਕਲ ਗਈ ਸੀ? ਸ਼ਿਰਨੀ, ਜੀ ਹਾਂ, ਇਹੋ ਸੀ। ਸੁਆਣੀ, ਸ਼ਿਰਨੀ, ਉੱਠ, ਦੀਵਾ ਜਗਾ। ਜੋਤ ਰੱਬ ਦਾ ਮੂੰਹ ਹੈ। ਉੱਠ, ਸਾਈਂ ਦਾ ਕਮਰਾ ਹੁਣ ਤੱਕ ਹਨੇਰੇ ਵਿੱਚ ਹੈ। ਅੱਛਾ, ਮੈਂ ਹੀ ਜਾਗਦੀ ਹਾਂ। ਸ਼ਿਰਨੀ, ਸੁਆਣੀ ਜੀ, ਮੇਰੇ ਹੱਥ ਆਪ ਦੇ ਹਨ। ਆਪ ਹੁਣੇ ਉੱਠੇ ਹੋ, ਕੁਛ ਨਿਰਬਲ ਹੋ। ਆਪ ਦਾ ਉੱਠਣਾ ਠੀਕ ਨਹੀਂ। ਆਪ ਦਿਲ ਦੀ ਜੋਤ ਤਾਂ ਜਗਾ ਚੁੱਕੇ ਹੋ। ਕਮਰੇ ਵਿੱਚ ਤਾਂ ਰੋਸ਼ਨੀ ਹੈ। ਮੈਂ ਉਸੇ ਰੋਸ਼ਨੀ ਨਾਲ ਤਾਂ ਦੀਵਾ ਤੱਕਿਆ ਹੈ। ਤੁਸੀਂ ਤੇ ਇਉਂ ਸੀ ਜਿਵੇਂ ਦੂਰੋਂ ਤਾਰਿਆਂ ਦੀ ਲੋ ਆਵੇ। ਸੁਆਣੀ, ਨਹੀਂ ਸ਼ਿਰਨੀਏ, ਤੂੰ ਕੀ ਪਈ ਕਰਦੀ ਹੈ? ਕਮਰਾ ਕਿੰਨਾ ਹਨੇਰਾ ਹੈ। ਸ਼ਿਰਨੀ, ਜੀ ਆਪ ਨੂੰ ਚਾਨਣ ਕਮਰੇ ਵਿੱਚ ਨਹੀਂ ਦਿਸਦਾ? ਸੁਆਣੀ, ਨਹੀਂ। ਸ਼ਿਰਨੀ, ਮੈਨੂੰ ਤਾਂ ਮੱਧਮ ਰੋਸ਼ਨੀ ਦਿਸਦੀ ਹੈ। ਆਪ ਦੇ ਸਾਰੇ ਜਿਸਮ ਦੇ ਇਰਦ ਗਿਰਦ ਲਿਪਟੀ ਹੈ। ਨਹੀਂ, ਉਹ ਆਪ ਦੇ ਹੱਸਦੇ ਹੋਠਾਂ ਵਿੱਚ ਦੀ ਇਹ ਸ਼ਾਮ ਪ੍ਰਭਾਤ ਹੈ। ਸੁਆਣੀ, ਸ਼ਿਰਨੀਏ, ਤੂੰ ਬੜੀ ਗਲੋਕੜ ਹੋ ਗਈ ਹੈ। ਸ਼ਿਰਨੀ, ਜੀ ਮੈਂ ਤਾਂ ਜੋ ਤੱਕ ਰਹੀ ਹਾਂ ਸੋ ਕਹਿ ਰਹੀ ਹਾਂ। ਸੁਆਣੀ, ਅੱਛਾ ਉੱਠ, ਦੀਵਾ ਤਾਂ ਜਗਾਣਾ। ਸਵੇਰ ਵੇਲੇ ਦੋਏ ਦਿਨ ਉਹ ਹਾਲਤ ਸੁਆਣੀ ਦੀ ਇਸ਼ਨਾਨ ਵੇਲੇ ਹੁੰਦੀ। ਕਮਰੇ ਅੰਦਰ ਦਰਵਾਜ਼ੇ ਬੰਦ ਤੇ ਇਕੱਲੀ ਇਸ਼ਨਾਨ ਕਰਨ ਲੱਗੀ ਹੈ। ਲੋਟਾ ਸੋਨੇ ਦਾ ਹੈ, ਪਾਣੀ ਤਾਂਬੇ ਦੇ ਬਰਤਨ ਵਿੱਚ ਭਰਿਆ ਪਿਆ ਹੈ ਔਰ ਚੌਕੀ ਦੀਵਾਰ ਨਾਲ ਢੱਠੀ ਹੈ। ਗੜਵਾ ਤਾਂਬੇ ਦੇ ਬਰਤਨ ਵਿੱਚ ਹੈ। ਸਿਰ ਆਪ ਦਾ ਚੁੱਕੇ ਸੱਜੇ ਗੋਡੇ ਉੱਪਰ ਆਣ ਲੱਗਾ ਹੈ ਤੇ ਖੱਬੀ ਟੰਗ ਸਿੱਧੀ ਪਈ ਹੈ, ਪਰ ਆਪ ਬੇਹੋਸ਼ ਪਏ ਹਨ। ਗੜਵਾ ਹੱਥ ਵਿੱਚੋਂ ਨਹੀਂ ਡਿੱਗਿਆ। ਕੋਈ ਸਰੀਰ ਦਾ ਅੰਗ ਨਾ ਫਰਕਿਆ, ਨਾ ਹਿੱਲਿਆ। ਅੱਖਾਂ ਬੰਦ ਹਨ। ਸਰੂਰ ਗਹਿਰਾ ਹੁੰਦਾ ਜਾਂਦਾ ਹੈ। ਉਹ ਨੀਂਦਰ ਹੈ ਜਿਸ ਵਿੱਚ ਹੋਸ਼ ਹੈ, ਪਰ ਸਵਾਦ ਦੇ ਸਮੁੰਦਰ ਵਿੱਚ ਗੜੂੰਦ ਹੈ।
2 ਘੰਟੇ ਹੋਣ ਲੱਗੇ, ਇੱਕ ਕਮਰੇ ਵਿੱਚ ਸ਼ਿਰਨੀ ਕੱਪੜੇ ਲਈ ਬੈਠੀ ਹੈ। ਉਹ ਕੱਪੜਿਆਂ ਨੂੰ ਵੇਖ ਵੇਖ ਖੁਸ਼ ਹੁੰਦੀ ਹੈ। ਇੱਕ ਪੋਸ਼ਾਕ ਕੱਢਦੀ ਹੈ, ਬੜੀ ਸੋਹਣੀ ਬਹੁਮੁੱਲੀ, ਕਹਿੰਦੀ ਹੈ ਮੈਲੀ। ਦੂਜੀ ਕੱਢਦੀ ਹੈ ਤੇ ਕਹਿੰਦੀ ਹੈ ਨਹੀਂ ਚੰਗੀ। ਆਖਿਰ ਇੱਕ ਉਸ ਨੂੰ ਪਸੰਦ ਆਉਂਦੀ ਹੈ। ਉਹਨੂੰ ਉਹ ਆਪ ਆਪਣੀ ਛਾਤੀ ਨਾਲ ਲਗਾਉਂਦੀ ਹੈ, ਨੈਣਾਂ ਨਾਲ ਉਹਨੂੰ ਚੁੰਮਦੀ ਹੈ, ਮੱਥੇ ਤੇ ਚੁੱਕਦੀ ਹੈ, ਹੇਠਾਂ ਰੱਖਦੀ ਹੈ, ਸੰਵਾਰਦੀ ਹੈ, ਪਿਆਰਦੀ ਹੈ। ਉਹਨੂੰ ਆਪਣੀ ਇਸ ਲਗਨ ਵਿੱਚ ਹੋਸ਼ ਨਹੀਂ। ਪਰ ਜਦ ਹੋਸ਼ ਆਈ, ਹਾਏ ਜੀ, ਸੁਆਣੀ ਹਾਲੇ ਇਸ਼ਨਾਨ ਨਹੀਂ ਕਰ ਚੁੱਕੀ। ਹੋਰ ਦਰਵਾਜ਼ੇ ਬੰਦ ਸਨ, ਪਰ ਕੱਪੜੇ ਪਾਉਣ ਵਾਲਾ ਕਮਰਾ ਜਿਸ ਵਿੱਚ ਉਹ ਸੀ, ਗੁਸਲਖਾਨੇ ਵਿੱਚ ਖੁੱਲਦਾ ਸੀ। ਮਲਕੜੇ ਝਾਕਦੀ ਹੈ ਤੇ ਦੇਖਦੀ ਹੈ ਕਿ ਸੁਆਣੀ ਬੇਹਾਲ ਹੈ। ਦੱਬੇ ਪੈਰ ਅੰਦਰ ਜਾਂਦੀ ਹੈ। ਉਹਦੇ ਬੈਠਣ ਨਾਲ ਸੁਆਣੀ ਅੱਖ ਖੋਲਦੀ ਹੈ। ਲਾਲ ਉੱਪਰ ਚੜੇ ਹੋਏ ਬੜੀ ਮੁਸ਼ਕਲ ਨਾਲ ਖੋਲੇ ਹਨ। ਛੱਪਰ ਉੱਠਦੇ ਨਹੀਂ ਸਨ। ਅੱਖਾਂ ਅੰਦਰਵਾਰ ਛੱਪਰਾਂ ਨਾਲ ਚੁੰਮਟ ਗਈਆਂ ਸਨ। ਅੱਖਾਂ ਡਾਢੀ ਪੀੜ ਦੇ ਕੇ ਤੇ ਖਾਸ ਕੋਸ਼ਿਸ਼ ਨਾਲ ਖੁੱਲੀਆਂ। ਪਰ ਨੈਣ ਸੁਆਣੀ ਦੇ ਉਸ ਵੇਲੇ ਸਾਰੇ ਆਕਾਸ਼ ਦਾ ਸੁਆਪਣ ਲਏ ਹੋਏ ਸਨ। ਸਿਰਫ ਸ਼ਿਰਨੀ ਨੇ ਤੱਕੇ। ਸੁਆਣੀ, ਸ਼ਿਰਨੀ, ਦੇਰ ਹੋ ਗਈ। ਸ਼ਿਰਨੀ, ਸੁਆਣੀ ਜੀ, ਕੀ ਹੁਣ ਫਿਰ ਤੁਸੀਂ ਨਿਢਾਲ ਹੋਣ ਲੱਗ ਪਏ ਹੋ? ਸੁਆਣੀ, ਸ਼ਿਰਨੀ, ਕੀ ਹੋਇਆ? ਸ਼ਿਰਨੀ, 3-4 ਸਾਇਤਾਂ ਹੋਣ ਲੱਗੀਆਂ ਹਨ। ਆਪ ਇਸ਼ਨਾਨ ਨੂੰ ਅੰਦਰ ਵੜੇ ਤੇ ਦੁਪਹਿਰਾਂ ਚੜ੍ਹਨ ਲੱਗੀਆਂ ਹਨ। ਸੁਆਣੀ, ਸ਼ਿਰਨੀ, ਇਸ਼ਨਾਨ ਇਸ ਕੰਮ ਵਿੱਚ ਜੇ ਇਸ਼ਨਾਨ ਥੀ ਪਹਿਲਾਂ ਹੀ ਉਹ ਇਸ਼ਨਾਨ ਵਾਲੀ ਠੰਡ ਮਿਲ ਜਾਏ। ਸ਼ਿਰਨੀ ਨੇ ਨਵਾਇਆ ਤੇ ਛੇਤੀ ਕੱਪੜੇ ਪਵਾਏ, ਸੁਆਣੀ ਸਜਾਈ ਤੇ ਸ਼ਿਰਨੀ ਦੇ ਦਿਲ ਦੀ ਮਲਕਾ ਬਾਹਰ ਆ ਗਈ। ਨੂਰ ਜੀ ਦੇ ਘਰ ਵਾਲਿਆਂ ਦੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਰੋਜ਼ ਇਹ ਹਾਲਤ ਸੀ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।